ਜਿਹੜਾ ਹਿੱਸਾ ਹੁਣ ਪਾਕਿਸਤਾਨ ਵਿੱਚ ਚਲਾ ਗਿਆ ਹੈ ਜੀ ਉੱਥੇ ਜ਼ਿਲ੍ਹਾ ਜੰਗ ਰਸ਼ੀਦਪੁਰ ਉੱਥੇ ਜਿਹੜੀ ਰਾਮਲੀਲਾ ਹੁੰਦੀ ਆਈ ਉਹ ਇੱਥੋਂ ਦੇ ਕਲਾਕਾਰਾਂ ਦੇ ਵੱਡਿਆਂ ਨੇ ਸਵਰਗੀ ਲਾਲ ਚੰਦ ਜੀ ਨੇ ਸ਼ੁਰੂਆਤ ਕੀਤੀ ਤੇ ਉੱਥੇ ਹੀ ਰਸ਼ੀਦਪੁਰ ਜੀ ਉਹ ਹੋਲੀ ਦੇ ਟਾਈਮ ਤੇ ਰਾਮਲੀਲਾ ਕਰਦੇ ਹਨ। ਇਹ ਜਾਣਕਾਰੀ ਉਹਨਾਂ ਨੇ ਸਾਨੂੰ ਦਿੱਤੀ ਭਾਈ ਕਿਉਂਕਿ ਅਸਾਂ ਉੱਥੇ ਹੋਲੀ ਦੇ ਟਾਈਮ ਤੇ ਰਾਮਲੀਲਾ ਕਰਦੇ ਸੀ ਇਸ ਵਾਸਤੇ ਗਵਾਲੀਅਰ ਵਿੱਚ ਹੀ ਹੋਲੀ ਦੇ ਟਾਈਮ ਤੇ ਹੀ ਕਰਾਂਗੇ। ਤੋ ਇਹ ਤਾਂ ਸਾਨੂੰ ਉਹ ਆਦਤ ਪੈ ਗਈ ਭਾਈ ਹੋਲੀ ਤੇ ਕਰਨੀ ਹੈ। तो उन्होंने मैनू बधाई का पात्र बनाया। ओके जिन्हों के घर औलाद नहीं होंदी सी 10 साल 20 साल और उन्होंने रामलीला ते आके मन्नत मनी कि परमात्मा साडे घर अगर पुत्र होएगा तो असी भगवान नू भेंट अर्पण करांगे ते उन्हों के घर जाके वो बधाई देंदे सी। ठीक है ते ਅਸੀਂ ਵਧਾਈ ਦੇਣ ਵਾਲੇ ਜਿਹੜੇ ਨੇ ਇੱਕ ਤਾਂ ਹਿਜੜੇ ਵਧਾਈ ਉਹ ਤਾਂ ਦਿੰਦੇ ਛੋੜ ਦੋ ਨਹੀਂ ਉਹ ਹਿਜੜੇ ਦਿੰਦੇ ਨੇ ਹਾਂ। ਅਸੀਂ ਭਗਵਾਨ ਦੇ ਹਿਜੜੇ ਬਣ ਕੇ ਚੱਲਦੇ ਸੀ। ਵਾਹ ਮੇਰੇ ਗੁਰੂ ਹਾਂਜੀ ਹਾਂਜੀ ਮਤਲਬ ਦਾਦਾ ਗੁਰੂ ਕਹਿ ਲੋ ਉਹਨਾਂ ਨੇ ਆਪਣੇ ਲੇਡੀਜ਼ ਵਸਤਰ ਪਹਿਨੇ ਠੀਕ ਹੈ ਲਿਪਸਟਿਕ ਲਾਣੀ ਬਿੰਦੀ ਲਾਣੀ ਉਹ ਹਿਜੜਾ ਬਣ ਕਰਕੇ ਉਹਨਾਂ ਦੇ ਘਰ ਜਾ ਕੇ ਵਧਾਈ ਦੇਣੀ। ਅੱਛਾ ਮੈਂ ਜੀ ਉਹ ਸਿੱਖਿਆ ਸੀ। ਤੇ ਤੁਹਾਡੇ ਗੁਰੂ ਜੀ ਇਸ ਟਾਈਮ ਚਲੇ ਗਏ ਹਨ ਉਸ ਤੋਂ ਬਾਅਦ ਤੁਹਾਨੂੰ ਉਸ ਗੁਰੂ ਦੀ ਪਦਵੀ ਤੇ ਰੱਖਾ ਗਿਆ ਕਿਉਂਕਿ ਤੁਸੀਂ ਗਾਉਂਦੇ ਆਵੇ ਜੀ। ਓਕੇ 51 ਹਜ਼ਾਰ ਦਿੱਤੇ ਨੇ ਠੀਕ ਹੈ ਜੀ। ਠੀਕ ਹੈ 1.25 ਲੱਖ ਰੁਪਈਆ ਇਸ ਵਾਲੀ ਰਾਮਲੀਲਾ ਦਾ ਆਇਆ 2020 ਹਜ਼ਾਰੀ ਦਾ ਅੱਛਾ ਫਿਰ ਵਧਾਈ ਦਾ ਵਾਹ ਸਿਰਫ ਵਧਾਈ ਦਾ 1.25 ਲੱਖ ਰੁਪਇਆ। मियाँ अली बन्नू वाली जंग बिरादरी एक कुछ लोग टुकड़े टुकड़े बैठे सी ਬਿਲਕੁਲ अलग अलग ਤੇ ਉਹਨਾਂ ਨੇ ਇੱਕ ਵਾਰੀ ਮੀਟਿੰਗ ਕੀਤੀ ਕਿ ਭਈ ਅਸੀਂ ਪੰਜਾਬੀ ਇਕੱਠੇ ਹੋ ਕੇ ਕੁਝ ਆਪਣੇ ਤਿਉਹਾਰ ਨੂੰ ਅੱਛੇ ਸਤਰ ਤੇ ਮਨਾਈਏ। ਤਾਂ ਬੰਨੂ ਵਾਲੇ ਆਖਿਆ ਮੇਰਾ ਇਹ ਤਿਉਹਾਰ ਮੈਂ ਮਨਾਵਾਂਗਾ ਬੰਨੂ ਵਾਲੇ ਆਖਿਆ ਇਹ ਮੈਂ ਤਿਉਹਾਰ ਮਨਾਵਾਂਗਾ। ਜਿਸ ਵੇਲੇ ਜੰਗ ਬਿਰਾਦਰੀ ਦਾ ਨੰਬਰ ਆਇਆ ਤਾਂ ਹੋਲੀ ਦਾ ਤਿਉਹਾਰ ਆਇਆ। ਠੀਕ ਹੈ ਹੋਲੀ ਦਾ ਤਿਉਹਾਰ ਜਿਸ ਵੇਲੇ ਆਇਆ ਤਾਂ ਉਹਨਾਂ ਨੇ ਕਿਹਾ ਠੀਕ ਹੈ ਭਾਈ ਹੋਲੀ ਮਨਾਵਾਂਗੇ ਤੇ ਹੋਲੀ 'ਚ 5 7 10 ਦਿਨ ਉਹ ਤਿਉਹਾਰ ਮਨਾਉਂਦੇ ਸੀ ਹੋਲੀ ਦਾ। ਤਾਂ ਹੁਣ 5 7 10 ਦਿਨ ਦੇ ਅੰਦਰ ਅਸੀਂ ਕੀ ਕਰੀਏ। राम राम जी सत श्री अकाल नमस्ते सलाम अलैकुम। अजय भी मैं गवालियर ही बता घूमदा बता गलियां गलियां क्योंकि मैं सुनाई इन्होंने गलियां च भाई जंग वाले लोग रामलीला करेंदे ने लेकिन रामलीला दशहरे दिवाली च नहीं होंदी जिवें सारे हिंदुस्तान च होंदी है। इस गवालियर दी गलियां च उस दौर तो जिस दौर च जंग दे लोग इत्थे आके जम्मे इत्थे आके स्थापित होए उन्होंने लोगों ने आके रामलीला शुरू की लेकिन वो दिहाड़े हैं होली दे। ए चीज़ ए सिर्फ इतनी गाल मेरे दिल च हलचल मचा देंदी है क्योंकि मैं खुद रामलीला का एक अदना जिहा बंदा रहा तो रामलीला दे नाल जुड़े हुए ए जिहड़े दो लोग बैठन मेरे नाल ए दो शख्स बैठन मेरे नाल ए रामलीला दे ओ बाल जिहड़े पहले शरारतां करेंदे हन ते बाद विच धीरे धीरे उन्हां दे ही मैंबर बने। मैंबर भी किस तरह दे कि हाँ जी प्रार्थना होंदी पई है तां पर्दा होंदा पिया तां अग्गा पिछां वल धीरे 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 इन्हां चीज़ां ने इन्हां नूं इस तरह या इन्हां दे उत्ते नज़रां रखण वाले बंदियां ने इस तरह बना दिता कि अज ए जनाब जी डायरैक्टर हैं तां ए होली सोली सारे आर्टिस्टां दे सारे किरदारां को निभा चुके हैं। तो मैं ज़्यादा ना आखेंदा होया क्योंकि ए जिहड़ी चीज़ां हैं वो भी मैनूं इत्थों पता लगियां साढ़े बत्रा साहब तो साढ़े खुराना साहब। तो बत्रा साहब तो तुसा पहले वीडियो च वेख चुके हो। खुराना साहब राम राम बत्रा साहब तुहानूं भी राम राम क्योंकि राम रीला दी गाल होंदी पई तां इस करके राम राम। अच्छा होश संभाला है तुसा दोनों ने तां क्या होली दे दिहाड़ियां च वेखी आई ये क्या किस्सा है। बचपन है तो शामी 6 ਵਜੇ 7 ਵਜੇ ਜਾ ਕੇ ਆਪਾਂ ਆਪਣੀ ਜਗ੍ਹਾ ਬਣਾਉਣ ਵਾਸਤੇ ਪੱਥਰ ਰੱਖ ਕੇ ਆਣਾ ਟਾਟ ਰੱਖ ਕੇ ਆਣਾ ਦਰੀ ਰੱਖ ਕੇ ਆਣਾ ਇਸ ਤਰੀਕੇ ਕੋਈ ਚੀਜ਼ ਆ ਜਾਂਦਾ ਕੋਈ ਚੀਜ਼ ਆ ਜਾਂਦਾ ਵੀ ਰਾਤੀ ਇਹ ਜਗ੍ਹਾ ਘਿਰ ਨਾ ਜਾਏ ਅੱਗੂ ਬੈਠਣ ਨੂੰ ਮਿਲੇ ਉਹਨਾਂ ਦਿਨਾਂ ਤੋਂ ਅਸਾਂ ਰਾਮਲੀਲਾ ਵੇਖਣਾ ਚਾਲੂ ਕੀਤੀ जी। लेकिन ये जी रामलीला है हर शहर च होंदी है लेकिन तुहाडे शहर च ए होली च होंदी है ए अद्भुत है विचित्र है ਇਹਦੇ ਬਾਰੇ थोड़ा दसाओ। ये क्या है कि
ਜਿਹੜਾ ਹਿੱਸਾ ਹੁਣ ਪਾਕਿਸਤਾਨ ਵਿੱਚ ਚਲਾ ਗਿਆ ਹੈ, ਜੀ ਉੱਥੇ ਜ਼ਿਲ੍ਹਾ ਜੰਗ, ਰਸ਼ੀਦਪੁਰ, ਉੱਥੇ ਜਿਹੜੀ ਰਾਮਲੀਲਾ ਹੁੰਦੀ ਆਈ, ਉਹ ਇੱਥੋਂ ਦੇ ਕਲਾਕਾਰਾਂ ਦੇ ਵੱਡਿਆਂ ਨੇ ਸਰਗੀ ਲਾਲ ਚੰਦ ਜੀ ਨੇ ਸ਼ੁਰੂਆਤ ਕੀਤੀ, ਤੇ ਉੱਥੇ ਹੀ ਰਸ਼ੀਦਪੁਰ ਵਿੱਚ ਹੀ ਉਹ ਹੋਲੀ ਦੇ ਟਾਈਮ ਤੇ ਰਾਮਲੀਲਾ ਕਰਦੇ ਹਨ। ਇਹ ਜਾਣਕਾਰੀ ਉਹਨਾਂ ਨੇ ਸਾਨੂੰ ਦਿੱਤੀ ਭਾਈ, ਕਿਉਂਕਿ ਅਸਾਂ ਉੱਥੇ ਹੋਲੀ ਦੇ ਟਾਈਮ ਤੇ ਰਾਮਲੀਲਾ ਕਰਦੇ ਸੀ, ਇਸ ਵਾਸਤੇ ਗਵਾਲੀਅਰ ਵਿੱਚ ਹੀ ਹੋਲੀ ਦੇ ਟਾਈਮ ਤੇ ਹੀ ਕਰਾਂਗੇ। ਤੋ ਇਸ ਵਾਸਤੇ ਸਾਨੂੰ ਉਹ ਆਦਤ ਪੈ ਗਈ ਭਾਈ ਹੋਲੀ ਤੇ ਕਰਨੀ ਹੈ। ਕਦੀ ਲੋਕ ਕਹਿੰਦੇ ਨੇ ਭਾਈ, ਕਈ ਕਹਿੰਦੇ ਭਾਈ ਟਾਈਮ ਕੱਟਣ ਵਾਸਤੇ ਛੁੱਟੀ ਦੇ ਦਿਨ ਹੁੰਦੇ ਨੇ, ਉਹਦੇ 'ਚ ਇਤਨੀ ਗਹਿਰਾਈ ਨਹੀਂ ਜਿਤਨੀ ਇਸ ਗੱਲ 'ਚ ਹੈ ਕਿ ਸਾਡੇ ਪੂਰਵਜ ਹੋਲੀ ਉੱਥੇ ਮਤਲਬ ਹੋਲੀ ਦੇ ਦਿਨ ਰਾਮਲੀਲਾ होली के टाइम पे कर दिया, इस वास्ते सा होली के टाइम पे इतने रामलीला करनी। ठीक है, लेकिन ए क्या मैचिंग क्या है, क्योंकि रामलीला मतलब कि रामलीला उस तो बाद दशहरा देन दिवाली ते वल ए चीज़ ता सारी हिंदुस्तान च हर शहर च मतलब कितने भी जिक्र करूँ, लेकिन क्या इस चीज़ को किसी ने नहीं पूछा, या प्लीज़ खुराना साहब एक्साइटेड होने में जवाब दो। मेरे से ज़्यादा जानते, हाँ जी हाँ जी, मेरे से ज़्यादा जानते दसनगे। मैं कश्मीरी लाल खुराना जी, ईश्वर की कृपा है कि जिस वक्त असी एंट्री होए ना, हालांकि मैं बचपन तो एंट्री नहीं होया, ये रामलीला शुरू हुई, और जिस वे मेरी एंट्री हुई मेरे गुरु जगत राम जी ने मैनू मात्र, मेरी गायकी अच्छी सी, मैं जागरण करता सी, तो उन्होंने देखे बच्चा अच्छा है, ये मेहनती है, निस्वार्थी है, तो उन्होंने मैनू बधाई का पात्र बनाया। ओके, जिन्हों के घर औलाद नहीं होती सी 10 साल 20 साल, और उन्होंने रामलीला ते आके मन्नत मनी कि परमात्मा साडे घर अगर पुत्र होएगा तो असी भगवान नू भेंट अर्पण करांगे, ते ओ उन्हों के घर जाके वो बधाई देंदे सी। ठीक है, उन्हों की डेथ तो बाद ठीक है, कोई बंदा उन्होंने नज़र नहीं आया, तो मेरे ससुर साहब मैया दास जी मेरे ससुर ने, हंसराज जी रामलीला दे भी अटैच ने, और मेरे चचिया ससुर ने। ठीक है, उन्होंने आपस में मीटिंग करके दसिया कि बंदा मैं दसना लियाना तुहाडा काम है। ठीक है, उन्होंने कहा कश्मीरी लाल खुराने नूं छड्डो, वो बंदा इस काबिल हैगा। पंचा ने आके मेरे घर रिक्वेस्ट की थी, मैं मना कर देती। लेकिन मैं इतने थोड़ी गल रू कहंदा पिया, एक केड़ा सन है कि कश्मीरी लाल दी इतनी वैल्यू है कि कश्मीरी लाल खुराना साहब नू मतलब इतना ज़्यादा, क्या वो इतना प्रसिद्ध पहले हो चुका है? नहीं Then? नहीं, बिल्कुल नहीं। मैं माता का जागरण करता सी, अच्छा, और इस तो फेमस सी। ठीक है, मतलब मेरी एक सुरीला, आवाज़ तो ये मेरी ऐसे- आवाज़ तो फेमस सी। जी, उन्होंने मतलब जिसले डेथ हुई तो मैं ये सीजन 82 का सी, ठीक है जी, 82-83 का सीजन सी, और मैं थोड़ा परेशान भी सी, माया तू ही, लेकिन मेरी धर्म पत्नी ने कहा कि तुसी रामलीला दे कम तो मुख नहीं मोड़ोगे। ठीक है, आस्था, उतों मैनू प्रेरणा मिली हाँ, कि एक घर वाली कह रही है, मैं आज्ञा देती, मैं कहा ठीक है जी मैं काम करांगा। मैं घर दे बधाई पात्र दई पात्र सी, जिन्हों के घर पुत्र होया मैं उन्होंने घर बधाई देनी है। पंचमी ते रंग पाउंदा है, असी रंग पाण जांदे सी। अच्छा, इतने एक चीज़ प्लीज़ है क्लीयर भी करो कि जी आप बधाई देने हैं, वो बधाई किस तरह की देने हैं, वो भी ज़रा दसो। जिन्हों के घर पुत्र होया उन्होंने खुशी है, हाँ, ते असी बधाई देण वाले जेड़े ने, एक तो हिजड़े बधाई वो दे तो छोड़ दो, नहीं, वो हिजड़े देंदे ने, हाँ, असी भगवान दे हिजड़े बन के चलते सी। वाह, मेरे मेरे गुरु, हाँ जी हाँ जी, मतलब दादा गुरु कह लो, उन्होंने अपने लेडीज वस्त्र पहने, ठीक है, लिपस्टिक लानी, बिंदी लानी, और हिजड़ा बन करके उन्होंने घर जाके बधाई देनी। अच्छा मैं जी, वो सीखिया सी। तो ਤੁਹਾਡੇ ਗੁਰੂ ਜੀ ਇਸ ਟਾਈਮ ਚਲੇ ਗਏ ਹਨ, ਉਸ ਤੋਂ ਬਾਅਦ ਤੁਹਾਨੂੰ ਉਸ ਗੁਰੂ ਦੀ ਪਦਵੀ ਤੇ ਰੱਖਾ ਗਿਆ ਕਿਉਂਕਿ ਤੁਸੀਂ ਗਾਉਂਦੇ ਆਵੇ। जी ਓਕੇ, वो फिर मैं बधाई दे ग्रुप बनाया, हाँ, ग्रुप बनाया, वो ग्रुप मेरा ईश्वर की कृपा नाल सक्सेस होया। खुराना साहब, ਇਹ ਉਹ ਪਲ ਹੈ ਜਿਸ ਟਾਈਮ ਉਸ ਵਧਾਈ ਨੂੰ ਯਾਦ ਕੀਤਾ ਜਾਵੇ, ਕਿਉਂਕਿ ਇਹ ਜਿਹੜੀ ਚੀਜ਼ ਅੱਜ ਰਿਕਾਰਡ ਹੁੰਦੀ ਪਈ ਹੈ ਇਹ ਵਾਕਈ ਇੱਕ ਹਿਸਟਰੀ ਵਾਸਤੇ ਵੀ ਹੁੰਦੀ ਪਈ ਹੈ। ਤਾਂ ਪਲੀਜ਼ ਉਹ ਭਲੇ ਹੀ ਸਾਨੂੰ ਥੋੜੀ ਜਿਹੀ ਵਧਾਈ ਸੁਣਾਓ, ਲੇਕਿਨ ਉਹ ਸਾਨੂੰ ਸੁਣਾਓ ਜ਼ਰੂਰ ਕਿ ਕਿਤਨੀ ਉਹ ਵਧਾਈ ਆਈ, ਕਿਆ ਮਾਹੌਲ ਹੁੰਦਾ ਹੈ ਤੇ ਕਿਸ ਤਰ੍ਹਾਂ ਦੇ ਉਹ ਸ਼ਬਦ ਹੁੰਦੇ ਹਨ, ਤੇ ਕਿਆ ਤੁਸੀਂ ਕਿਤਨੀ ਤਨਮਇਤਾ ਨਾਲ ਉਹ ਚੀਜ਼। होली का पर्व होंदा सी,
ਇਹ ਹੋਲੀ ਦਾ ਪਰਵ ਤੇ ਰਾਮਲੀਲਾ ਕਿਉਂ ਮਿਲੀ ਉਹ ਮੈਂ ਦੱਸਾਂਗਾ। ਹਾਂਜੀ। ਲੇਕਿਨ ਉਸ ਤੋਂ ਪਹਿਲੇ ਦੱਸ ਰਿਹਾ ਕਿ ਕੀ ਸ਼ਬਦ ਅਸੀਂ ਬੋਲਦੇ ਹਾਂ, ਸੀ। ਜੀ। ਹੋਲੀ ਦੇ ਟਾਈਮ ਤੇ ਤਾਂ ਹੋਲੀ ਦੇ ਗੀਤ ਬੋਲਦੇ ਸੀ। ਫਿਰ ਵਧਾਈ ਦਾ ਹੈ ਕਿ ਲੈ ਲੈ ਮਾਂ ਵਧਾਈਆਂ, ਲੈ ਲੈ ਮਾਂ ਵਧਾਈਆਂ ਆਪਣੇ ਪੁੱਤਰ ਦੀਆਂ, ਠੀਕ ਹੈ ਆਪਣੇ ਪੋਤਰੇ ਦੀਆਂ। ਜੀ ਹਾਂ। ਇਸ ਤਰ੍ਹਾਂ ਦੀਆਂ ਅਸੀਂ ਗੀਤ ਬਣਾ ਕੇ ਉਹ ਉਹਨਾਂ ਨੂੰ ਬੋਲਦੇ ਸੀ। ਉੱਥੋਂ ਫਿਰ ਬਾਰਨੀਆਂ ਆਉਂਦੀਆਂ ਸੀ। ਓਕੇ, ਹਜੇ ਮੈਂ ਆਪਣੀ ਵਧਾਈਆਂ ਆਂਦੀਆਂ ਆਉਂਦੀਆਂ ਨੇ, ਹਾਂ ਠੀਕ ਹੈ। ਬਾਰਨੀਆਂ ਆਉਂਦੀਆਂ ਸੀ। ਫਿਰ ਉਸ ਤੋਂ ਬਾਅਦ ਉਹ ਲੋਕ ਸਾਡੇ ਸਵਾਗਤ ਕਰਦੇ ਸੀ, ਨਾਸ਼ਤਾ ਪਾਣੀ। ਫਿਰ ਸਾਨੂੰ ਉਹ ਭੇਂਟ ਅਰਪਣ ਕਰਦੇ ਸੀ। ਠੀਕ ਹੈ ਬਈ 5100 ਰੁਪਏ, हाँ, ਕੋਈ ਕਹਿੰਦਾ 2100 रुपए, 1100 रुपए, जो भी है। 51 ਹਜ਼ਾਰ ਦਿੱਤੇ ਨੇ ठीक है ਜੀ। ठीक है। 1.25 ਲੱਖ ਰੁਪਈਆ ਇਸ ਵਾਲੀ ਰਾਮਲੀਲਾ ਦਾ ਆਇਆ 2020 ਹਜ਼ਾਰੀ ਦਾ। अच्छा ਫਿਰ ਵਧਾਈ ਦਾ वाह। ਸਿਰਫ ਵਧਾਈ ਦਾ 1.25 ਲੱਖ ਰੁਪਇਆ हाँ ਉਹ ਜਿਹੜਾ ਸਭ ਧਾਰਮਿਕ ਕਮਾਈ ਲਾਣੇ हाँ जी हाँ जी बिल्कुल बिल्कुल ਕਦੀ बिल्कुल। ਪੈਸੇ ਦਾ ਮੈਂ ਜਿਸ ਵੇਲੇ ਇਸ ਪੰਥ ਚ ਆਇਆ, हाँ ਪਹਿਲੇ ਮੈਂ ਪਰਮਾਤਮਾ ਕੋਲ ਬੇਨਤੀ ਕੀਤੀ ਕਿ ਇਹ ਪੈਸੇ ਨਾਲ ਮੇਰਾ ਕਦੇ ਮੂੰਹ ਨਾ ਬਣਾਈ। हाँ ये जरूरी है। ਪਹਿਲੀ ਗੱਲ ਤੇ ਅੱਜ ਤਾਈਂ ਈਸ਼ਵਰ ਨੇ ਉਹ ਲਾਲ ਬਖਸ਼ਿਆ। ਫਿਰ ਮੇਰੇ ਪਾਤਰ ਦੀ ਜਿਹੜੀ ਸ਼ੁਰੂ ਹੋਇਆ ਮੇਰਾ ਰਾਮਲੀਲਾ ਦੇ ਅਟੈਚ, ਉਹ ਟਾਈਮ ਬੀਤ ਚੱਲਦਾ ਰਿਹਾ। ਇੱਕ ਪਾਤਰ ਉੱਥੋਂ ਭਗਵਾਨ ਨੂੰ ਪਿਆਰਾ ਹੋ ਗਿਆ ਜਿਹੜਾ ਦਸ਼ਰਥ ਦਾ ਪਾਠ ਕਰਦਾ ਸੀ। सारी रामलीला ਰਾਮ ठीक है। ਦਸ਼ਰਥ ਦਾ ਪਾਠ ਕਰਦਾ ਸੀ ਔਰ ਈਸ਼ਵਰ ਨੂੰ ਪਿਆਰਾ ਹੋ ਗਿਆ ਤੇ ਮੁੰਡਾ ਤਾਂ ਕਦੇ ਐਕਟਰ ਬਣਿਆ ਹੀ ਨਹੀਂ। जी 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 वो तो फिर- सिर्फ गायक ही आई। ਫਿਰ ਗਾਇਕੀ ਆਈ। ਉਹ ਉੱਥੇ ਉਹਨਾਂ ਨੇ ਕਿਸੇ ਕਲਾਕਾਰ ਨੂੰ ਇੱਥੇ ਬੁਲਾਇਆ ਰੋਹਤਕ ਤੋਂ। ਉਹ ਰੋਹਤਕ ਤੋਂ ਆਇਆ। ਮੈਂ ਉਹ ਕਹਿਣਾ ਨਹੀਂ ਚਾਹੁੰਦਾ ਕਿ ਉਹ ਪਾਤਰ ਸਾਡੇ ਮਾਫਿਕ ਨਹੀਂ ਸੀ। बिल्कुल वो तो ਇੰਨੀ जाहिर ਗੱਲ सी ਸੀ। गल है। हाँ ਉਹ ਪਾਤਰ ਸਾਡੇ ਕੰਮ ਇੱਕ ਦਿਨ ਬੁਲਾਇਆ ਤੇ ਦੂਜੇ ਦਿਨ ਉਹਨੂੰ ਟ੍ਰੇਨ ਵਿੱਚ ਪਕੜਾ ਦਿੱਤੀ। ਉਹ ਸ਼ਾਇਦ ਸਾਨੂੰ ਰਿਹਰਸਲ ਵਿੱਚ ਹੀ ਪਤਾ ਚੱਲ ਜਾਂਦਾ ਹੈ। ਹਾਂ ਪਰ ਇਹ ਪਾਸ ਹੋ ਗਿਆ ਇਹ ਕਿ ਅੱਜ ਤੱਕ ਛਾਇਆ। ਮੈਨੂੰ ਗੁਰੂ ਜੀ ਨੇ ਉਸ ਟਾਈਮ ਮੇਰੀ ਪਰੀक्षा ਲਈ, ਮਤਲਬ ਉਹ ਕਹਿੰਦੇ ਨਾ ਆਡਿਟ ਲਿਆ, हाँ। ऑप्शन लिया कि भाई तू 10 सुना। तो मैं डायलॉग सुनाए। और क्या हन? याद करो ना पहुंच जाओ उस माहौल ਵਿੱਚ। बिल्कुल पहुंच गया जी। परमात्मा उन्हें कहा भाई 2 शब्द सुना। हाँ तो दशरथ दे पात्र च एक सीन आंदा है कि जिसले दशरथ जी बड़े परेशान ने और औलाद है नहीं जी जी। और बड़े दुखी ने, ਤੇ ਉਸ ਲਈ ਉਹ ਗੀਤ ਦੁਹਰਾਉਂਦੇ ਨੇ। ਹਾਏ ਆਸਾਰ बुढ़ापे के नजर आते हैं और हम धूप की मानिंद ढले जाते हैं। हाय आसार बुढ़ापे के नजर आते हैं। जी समझ गया मैं। माहौल भी ਤੇ ਉਹ ਚੀਜ਼ ਵੀ ਤੇ ਕੰਪੋਜੀਸ਼ਨ ਬੜੀ ਪਿਆਰੀ ਹੈ। ਅੱਛਾ ਜੀ, ਇਸ ਤੋਂ ਬਾਅਦ ਕਿੱਥੇ ਸੀ ਮੈਂ ਕਿ ਫਿਰ ਮੈਨੂੰ ਦਰਸ਼ਕ ਦਾ एक पार्ट मिला क्योंकि मेरा एक हाँ एक आदमी हाँ जो भगवान को प्यारा हो गया वो बंदा दूजा आया दूजे दे शूटिंग नहीं की गई जी। फिर मैंने किया कि तू फिर मेरा ऑप्शन लिया गया। उन्होंने कहा भाई पास हो गया मुंडा। ठीक है। तो मैं उस रटिया पात्र ਨੂੰ ਪੂਰੇ ਰਟਿਆ ਤੇ ਈਸ਼ਵਰ ਦੀ ਕਿਰਪਾ ਨਾਲ ਮੈਂ ਪਾਸ ਹੋ ਗਿਆ। आज तक निभा रहे हैं। आज तक निभा रहा और निभावांगा जब तक सांस है। अच्छा अगर जरा ਜਿਹਾ ਪਿੱਛਾ ਜਾਵੀਏ ਤੁਸੀਂ ਆਏ ਤੁਹਾਡਾ ਤੁਸੀਂ ਜਿਵੇਂ ਦੱਸਿਆ ਕਿ ਮੇਰਾ ਤਾਂ 49 ਬੋਨ ਹੈ जी ठीक है। ਬਾਊ ਜੀ ਤੁਹਾਡੇ ਤੋਂ ਵੀ ਵੱਡੇ ਬੈਠੇ ਨੇ ਕਿਉਂਕਿ ਇਹ जी, जी, 45 ਬੋਨ ਹੈ जी। ਠੀਕ ਹੈ। ਤੇ ਬਾਊ ਜੀ ਬਤਰਾ ਸਾਹਿਬ ਤੁਸੀਂ ਵੀ ਇਹ ਯਾਦ ਕਰੋ ਕਿ ਉਸ ਦੌਰ ਦਾ ਉਹ ਕਿਹੜਾ ਸ਼ਖਸ ਆਈ ਜਿਸ ਨੇ ਆ ਕੇ ਇੱਥੇ ਇਸ ਚੀਜ਼ ਨੂੰ ਸ਼ੁਰੂਆਤ ਕੀਤੀ ਤੇ ਇਸ ਚੀਜ਼ ਨੂੰ ਐਕਸੈਪਟ ਕੀਤਾ ਕਿ ਭਾਈ ਅਸਾਂ ਹੋਲੀਆਂ ਇਸ ਕਰੇ ਸੂ ਉਹ ਕਿਵੇਂ ਤੁਹਾਡੇ ਖਾਤੇ 'ਚ ਆਇਆ? देखो असा तो छोटे छोटे बचपन देखे रहनू हाँ स्वर्गीय लालचंद जी मदान और चिमन लाल जी मदान उन्होंने उन्हें होलिया के दिन सब कुछ छोड़ देना क्योंकि सवेरे वो पूरे कलाकारां दी रिहर्सल करवाते हैं याद करवाना उन्होंने बोलना सिखाना उन्होंने एक्टिंग सिखानी भाई तुम इस तरीके करो तो चिमन लाल जी पात्र भी हैं क्योंकि वो रावण दा परशुराम ਦਾ ਪਾਠ ਕਰਦੇ ਹਨ ਉਹ ਵੀ ਮੰਜੇ ਹਨ
ਇਹ ਡਾਇਰੈਕਸ਼ਨ ਮੰਜੇ ਹਨ स्वर्गीय लालचंद जी मदान। उन्होंने जो छाप छोड़ी है वो छाप आज तक ਜਿਹੜੇ ਕਲਾਕਾਰ ਹੈ ਉਹਨਾਂ ਦੇ ਝਲਕ ਰਹੀ ਹੈ। ਉਹਨਾਂ ਦੇ ਤਰੀਕੇ ਨਾਲ ਕੋਈ ਫालतू ਦਾ ਫੈਸ਼ਨ ਨਹੀਂ, ਕੋਈ ਫालतू ਦਾ ਲੜਕੀ ਕੋਈ ਸਟੇਜ ਤੇ ਨਹੀਂ ਆਏਗੀ। ਮਤਲਬ ਇੱਥੋਂ ਤੱਕ ਕਿ ਸਟੇਜ ਤੇ ਜਾਣ ਵਾਸਤੇ ਚੱਪਲਾਂ ਬਾਹਰ ਉਤਾਰ ਕੇ ਉਸ ਸਟੇਜ ਨੂੰ ਜੀ ਆਪਾਂ ਮੱਥੇ ਤੇ ਲਾਣੇ ਆ, ਫਿਰ ਕੰਮ ਵਿੱਚ ਲੱਗਣੇ ਆ। ਜੀ 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 ਪਿੱਛੇ ਬੈਠ ਕੇ ਰਾਮਾਇਣ ਪੜ੍ਹੀ ਜਾਂਦੀ ਹੈ, ਇੱਥੇ ਥੋੜ੍ਹੀ ਜਿਹੀ ਕੱਟ ਸ਼ਾਟ ਹੁੰਦਾ ਰਹਿੰਦਾ ਹੈ, ਪਰ ਰਾਮਾਇਣ ਅਸੀਂ ਹੁਣ ਪਿਛਲੇ ਕੁਝ ਸਾਲਾਂ ਤੋਂ ਪੂਰੀ ਕਰਨੇ ਆਏ। ਪਰ ਉਹਨਾਂ ਨੇ ਜਿਹੜੀ ਰਾਮਲੀਲਾ ਕਰਵਾਈ, धार्मिक नाटक करवाए, सत्य की विजय, वीर अभिमन्यु, और भी बड़े नाटक हैं, भक्त प्रहलाद, मतलब बिल्कुल राजा हरिश्चंद्र राष्ट्रीय लेवल दे हिसाब नाल करना कि ਉਹਦੇ ਕੋਈ फालतू ਦਾ ਕੋਈ सीन नहीं जाएगा। जी 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 समाज ਤੇ ਕੋਈ गलत छाप नहीं छूटेगी। समाज ਨੂੰ ਇੱਕ ਅੱਛੀ ਦਿਸ਼ਾ ਮਿਲੇ, ਦਸ਼ਾ ਮਿਲੇ ਕਿ ਉਹਨਾਂ ਦੇ परिवर्तन आए। साढ़ा जरा रामलीला का पर्चा निकलता ना, उस ते स्वर्गीय भगत जी गोविंद राम जी याद आ रहे हैं। उन्होंने जो 4-5 शब्द लिखे होंगे, त्याग, समर्पण, तपस्या, सहयोग और राष्ट्रभक्ति, राष्ट्र सेवा, मतलब ऐसे शब्द भर के पेपर वंडिया जाते। तो स्वर्गीय लालचंद जी ने दिते हुए शब्द हैं ਜਿਹੜੇ ਅੱਜ ਤੱਕ ਅਸਾਂ ਅਪਣਾਉਂਦੇ ਹਾਂ। ਜੀ ਤੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਰਾਮਲੀਲਾ ਸ਼ੁਰੂ ਹੋਈ ਹਨ। ਤੇ ਕਮਾਲ ਦੀ ਗੱਲ ਹੈ ਕਿ ਕੁਝ ਏਰੀਆਜ਼ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਵੀ ਲੋਕ ਕਰਿੰਦੇ ਹਨ। ਤੇ ਕਮਾਲ ਦੀ ਗੱਲ ਇਹ ਵੀ ਹੈ ਕਿ ਉਹ ਸਾਰੇ ਮੁਸਲਮਾਨ ਲੋਕ ਹੁੰਦੇ ਹਨ ਜਿਹੜੇ ਲੋਕ ਰਾਮਲੀਲਾ ਕਰਿੰਦੇ ਹਨ। ਅੱਛਾ ਜੀ ਇਹ ਮੈਂ ਆਪਣੇ ਸ਼ਹਿਰ ਹਾਂਸੀ ਦੀ ਗੱਲ ਪਿਆ ਕਰਨਾ, ਤੇ ਜਿਸ ਦੇ ਵਿੱਚ ਲਾਗ ਬੰਨਣ ਵਾਲੇ ਲੋਕ ਮੁਸਲਮਾਨ ਹੁੰਦੇ ਹਨ। ਲੇਕਿਨ ਮੈਂ ਕੁਝ ਇਹ ਵੀ ਦੱਸਣਾ ਚਾਹਨਾ ਕਿ ਕੁਝ ਏਰੀਆਜ਼ ਉਹ ਵੀ ਹਨ, ਉਹਨਾਂ ਏਰੀਆ ਵਿੱਚੋਂ ਇਹ ਖੁਸ਼ਕਿਸਮਤ ਏਰੀਆ ਹੈ ਜਿੱਥੇ ਅੱਜ ਵੀ ਰਾਮਲੀਲਾ ਚੱਲਦੀ ਪਈ ਹੈ। ਨਹੀਂ ਤਾਂ ਬੜੇ ਸਾਰੇ ਏਰੀਆਜ਼ ਉਹ ਹਨ ਜਿੱਥੇ ਬੰਦ ਹੋ ਚੁੱਕੀ ਹੈ। ਦੂਜਾ ਮੈਂ ਤੁਸੀਂ ਦੱਸਦੇ ਪਿਆ ਕਿ ਉਹ ਚੀਜ਼ ਨੂੰ ਕਲੀਅਰ ਕਰੋ। ਮੈਂ ਜੀ ਤਾਂ ਇਹ ਦੱਸ ਰਿਹਾ ਸੀ ਕਿ ਇਹ ਹੋਲੀ ਤੇ ਕਿਉਂ ਹੁੰਦੀ। ਹਾਂ ਮੈਂ ਉਹ ਪੁੱਛਣਾ ਚਾਹਨਾ। ਹੋਲੀ ਤੇ ਇਹ ਕਿਉਂਕਿ ਇਹ ਕੋਈ ਅੱਜ ਦੀ ਤਾਂ ਰਾਮਲੀਲਾ ਨਹੀਂ ਹੈ, ਬਹੁਤ ਪੁਰਾਣੀ ਰਾਮਲੀਲਾ, 200 ਸਾਲ ਤੋਂ ਉੱਪਰ ਤਾਂ ਸਾਨੂੰ ਬਜ਼ੁਰਗਾਂ ਨੇ ਦੱਸਿਆ। 70 ਸਾਲ ਤੋਂ ਯਾਨੀ ਉਹਨਾਂ ਨੇ ਦੱਸਿਆ ਹੈ ਕਿ ਰਾਮਲੀਲਾ ਹੋਲੀ ਤੇ ਕਿਉਂ ਹੁੰਦੀ। ਜੀ ਜੀ ਮੀਆਂ ਅਲੀ, ਬੰਨੂ ਵਾਲੀ, ਜੰਗ ਬਰਾਦਰੀ, ਇਹ ਕੁਝ ਲੋਕ ਟੁਕੜੇ ਟੁਕੜੇ 'ਚ ਬੈਠੇ ਸੀ, ਬਿਲਕੁਲ ਅਲੱਗ-ਅਲੱਗ। ਤੇ ਉਹਨਾਂ ਨੇ ਇੱਕ ਵਾਰੀ ਮੀਟਿੰਗ ਕੀਤੀ ਕਿ ਭਈ ਅਸੀਂ ਪੰਜਾਬੀ ਇਕੱਠੇ ਹੋ ਕੇ ਕੁਝ ਆਪਣੇ ਤਿਉਹਾਰ ਨੂੰ ਅੱਛੇ ਸਤਰ ਤੇ ਮਨਾਈਏ। ਤਾਂ ਬੰਨੂ ਵਾਲੇ ਆਖਿਆ ਮੇਰਾ ਇਹ ਤਿਉਹਾਰ ਮੈਂ ਮਨਾਵਾਂਗਾ, ਬੰਨੂ ਵਾਲੇ ਆਖਿਆ ਇਹ ਮੈਂ ਤਿਉਹਾਰ ਮਨਾਵਾਂਗਾ। ਜਿਸ ਵੇਲੇ ਜੰਗ ਬਰਾਦਰੀ ਦਾ ਨੰਬਰ ਆਇਆ ਤਾਂ ਹੋਲੀ ਦਾ ਤਿਉਹਾਰ ਆਇਆ। ਠੀਕ ਹੈ, ਹੋਲੀ ਹੋਲੀ ਦਾ ਤਿਉਹਾਰ ਜਿਸ ਵੇਲੇ ਆਇਆ ਤਾਂ ਉਹਨਾਂ ਨੇ ਕਿਹਾ ਠੀਕ ਹੈ ਭਾਈ ਹੋਲੀ ਮਨਾਵਾਂਗੇ। ਤੇ ਹੋਲੀ 'ਚ 5-7-10 ਦਿਨ ਉਹ ਤਿਉਹਾਰ ਮਨਾਉਂਦੇ ਸੀ ਹੋਲੀ ਦਾ। ਤਾਂ ਹੁਣ 5-7-10 ਦਿਨ ਦੇ ਅੰਦਰ ਅਸੀਂ ਕੀ ਕਰੀਏ? ਨਾਟਕ ਸत्य की विजय, सत्य की विजय नाटक शब्द उर्दू ਦੇ ਹੈ। ਜੀ 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 ਬਿਲਕੁਲ। ਸ਼ੇਰ ਖਾਨ ਕਿਉਂਕਿ ਸ਼ਾਇਦ ਉਹ ਸਾਡੀ ਜਿਹੜੀ ਨਾਈਟਾਂ ਹਨ ਨਾ ਉਹ ਪੁਰਾਣੀਆਂ ਲਿਖੀਆਂ ਹੋਈਆਂ ਤਾਂ ਇਸ ਕਰਕੇ ਉਰਦੂ ਵਿੱਚ ਹਨ। ਹਾਂਜੀ ਬਿਲਕੁਲ। ਤੋਂ ਪਾਤਰ ਵੀ ਸੀ ਜੀ ਜੀ ਤੇ ਅਸੀਂ ਉਹਨਾਂ ਦੀ ਸ਼ਬਦ ਵੀ ਬੋਲਦੇ ਸੀ। ਤੇ ਫਿਰ ਸत्य की विजय ਵੀ ਆਈ, ਵੀਰ ਅਭਿਮਨਿਊ ਵੀ ਆਇਆ, ਹਰਿਸ਼ਚੰਦ ਨਾਟਕ ਅਸੀਂ ਖੁਦ ਮੰਚਨ ਕੀਤਾ ਔਰ ਬੜਾ ਅੱਛਾ ਹੋਇਆ ਇੱਥੇ। ਤੇ ਇਸ ਤਰ੍ਹਾਂ ਮਤਲਬ ਉੱਥੇ ਚਾਲੂ ਹੋਇਆ ਧੀਰੇ ਧੀਰੇ। ਤੇ ਜਿਸ ਵੇਲੇ ਡਿਵਾਈਸ ਹੋ ਗਿਆ ਤੇ ਹਿੰਦੁਸਤਾਨ 'ਚ ਆ ਗਿਆ। ਹੁਣ ਹਿੰਦੁਸਤਾਨ ਦੇ ਜਾ ਕੇ ਤੇ ਮੈਂ ਤਾਂ ਉਹ ਵਧਾਈ ਦਾ ਹੀ ਪਾਤਰ ਸੀ। ਜਿਸ ਵੇਲੇ ਉਹ ਬੰਦਾ ਚਲਾ ਗਿਆ ਤੇ ਮੈਨੂੰ ਪਾਤਰ ਮਿਲਿਆ ਦਸ਼ਰਥ ਦਾ। ਉਸ ਵਕਤ 1-2 ਪਾਤਰ ਕਰਦੇ ਸੀ, ਬਾਕੀ ਨਾਟਕ ਸੀ। ਇੱਕ ਸੀਨ ਕਰ ਦਿੱਤਾ ਬਈ ਸੀਤਾ ਸਵੈੰਬਰ। ਜੀ ਸੀਤਾ ਸਵੈੰਬਰ ਦਾ ਨਾਟਕ ਦੇ ਰੂਪ ਵਿੱਚ ਕੀਤਾ, ਰਾਮਲੀਲਾ ਨਹੀਂ ਕਰਦੇ। ਜੀ ਜੀ ਜੀ। ਔਰ ਫਿਰ ਉਹ ਸਕਸੈਸ ਹੋ ਗਿਆ। ਫਿਰ ਦੂਸਰਾ ਨਾਟਕ ਕਰਦਾ ਜਾਂ ਦੂਸਰੀ ਰਾਮਲੀਲਾ ਦਾ ਨਾਟਕ ਕਰ ਦਿੱਤਾ, ਉਹ ਸਕਸੈਸ ਹੋ ਗਿਆ। तो धीरे 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 वो 4-5 सीन करते करते और रामलीला के रूप में परिवर्तन हो गए। ਤਾਂ ਤੁਹਾਡੇ ਜਵਾਬ ਨਾਲ ਇਹ ਤਾਂ ਕਲੀਅਰ ਹੋ ਗਿਆ ਕਿ
ਇਹ ਪਰੰਪਰਾ ਇੱਥੇ ਹੀ ਆ ਕੇ ਸ਼ੁਰੂ ਹੋਈ ਹੈ। ਜੀ ਹਾਂ, ਜੀ ਹਾਂ। ਇਹ ਪੁਸ਼ਤੈਨੀ ਪੁਰਾਣੀ ਨਹੀਂ ਹੈ। ਨਹੀਂ, ਉੱਥੇ ਹੋਲੀ ਉਤਸਵ ਜਿਹੜਾ ਮਨਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਇਹਦੇ ਵਿੱਚ ਇੱਕ ਦੋ ਪਾਤਰ ਅਸੀਂ ਸੀਤਾ ਸਵੰਬਰ ਦਾ, ਧਨੁਸ਼ ਯੱਗ ਦਾ, ਇਹ ਉੱਥੇ ਨਾਟਕ ਦੇ ਰੂਪ ਵਿੱਚ ਕਰਦੇ ਸੀ ਜੀ। ਤੇ ਜਿਸ ਲਈ ਇੱਥੇ ਆਏ ਤਾਂ ਉਸ ਦਾ ਰੂਪ ਬਦਲਿਆ। जब रूप बदलिया तो रामलीला पूरी होने लग गई और नाटक एक दो रह गए। एक दो वीर अभिमन्यु है, एक साल वीर अभिमन्यु कीता, एक साल हर्षद कीता, इस तरह नाटक एक रह गया। मैं समझ गया, लेकिन मेरा ਜਿਹੜਾ ਸਵਾਲ ਹੈ ਉਸ ਦਾ ਮੈਨੂੰ ਬਿਲਕੁਲ ਜਵਾਬ ਜਿਹੜਾ ਮੈਨੂੰ ਮਿਲਾ ਹੋਇਆ ਮਿਲਾ ਕਿ ਸਾਡੇ ਪੁਰਾਣਾ ਭਲੇ ਹੀ 200 ਸਾਲ ਪੁਰਾਣਾ ਕਲਚਰ ਹੈ ਰਾਮਲੀਲਾ ਦਾ, ਲੇਕਿਨ ਉਹ ਹੈ ਦੀਵਾਲੀ ਦੁਸ਼ਹਿਰੇ ਤੇ ਹੀ, ਲੇਕਿਨ ਇੱਥੇ ਆ ਕੇ ਅਸਾਂ ਇਹ ਚੇਂਜ ਕੀਤਾ ਹੈ ਕਿਉਂਕਿ ਜਿਹੜਾ ਤੁਸੀਂ ਕਾਰਨ ਦੱਸਿਆ ਕਿ ਸਾਡੇ ਹਿੱਸੇ 'ਚ ਆਈ ਜੰਗ ਵਿਰਾਦੀ ਦੇ ਹਿੱਸੇ 'ਚ ਹੋਲੀ ਆਈ ਤੇ ਹੋਲੀ ਦੇ ਦਿਹਾੜੇ 'ਚ ਜਿਹੜੇ ਉਹ ਸਾਰੇ ਤਿਉਹਾਰ ਬਣਿੰਦੇ ਬਿਆਨ ਤਾਂ ਰਾਮਲੀਲਾ ਤਿਉਹਾਰ ਪੈਂਡਿੰਗ ਆਈ ਤੇ ਇਸ ਜੰਗ ਵਾਲਿਆਂ ਨੇ ਇਸ ਤਿਉਹਾਰ ਨੂੰ ਇਹਨਾਂ ਦਿਨਾਂ 'ਚ ਐਕਸੈਪਟ ਕੀਤਾ ਕਿ ਅਸਾਂ ਇਹ ਚੀਜ਼ ਕਰੀશું। ਓਕੇ ਗੁੱਡ। ਮੇਰਾ ਇਹ ਬੜਾ ਵੱਡਾ ਸਵਾਲ ਹੈ, ਮੈਂ ਬੜਾ ਐਕਸਾਈਟਿਡ ਹਾਂ ਮੈਂ ਯਾਰ ਇਹ ਚੀਜ਼ ਅਗਰ ਕਿਸੇ ਨੂੰ ਵੀ ਮੈਂ ਦੱਸਾਂ ਜਾਂ ਕੋਈ ਮੈਨੂੰ ਦੱਸੇ ਤਾਂ ਇਹ ਜ਼ਾਹਿਰ ਜੀ ਗੱਲ ਹੈ ਕਿ ਉਹ ਚੀਜ਼ ਦਿਮਾਗ 'ਚ ਆਉਂਦੀ ਹੈ ਕਿ ਕਿਵੇਂ ਇਹ ਹੋ ਹੀ ਨਹੀਂ ਸਕਦਾ, ਤੇ ਵਾਕਈ ਇਹ ਨਹੀਂ ਹੋ ਸਕਦਾ। ਲੇਕਿਨ ਇੱਥੇ ਜਿਹੜੀ ਇਹ ਪਿੱਛੇ ਇੱਕ ਬੈਕਗਰਾਉਂਡ ਹਿਸਟਰੀ ਸਾਹਮਣੇ ਆਈ ਹੈ ਤੇ ਉਸ ਦੇ ਨਾਲ ਇਹ ਕਲੀਅਰ ਹੋ ਗਿਆ ਕਿ ਇਹ ਹੋ ਸਕਦਾ ਹੈ ਤੇ ਇਸ ਦੇ ਪਿੱਛੇ ਇੱਕ ਬੜੀ ਅੱਛੀ ਕਹਾਣੀ ਸਾਹਮਣੇ ਆਈ ਹੈ। ਦੂਜਾ ਨੰਬਰ ਇਹ ਹੋ ਗਿਆ ਮੇਰਾ ਸਵਾਲ ਦਾ ਜਵਾਬ। ਮੈਨੂੰ ਹੁਣ ਇਹ ਦੱਸੋ, ਤੁਸੀਂ ਜਿਵੇਂ ਦੱਸਿਆ ਕਿ ਭਾਈ ਇੱਥੇ ਹੁਣ ਕੁਝ ਲੋਕ ਬਾਹਰੋਂ ਵੀ ਆਉਂਦੇ ਹਨ, ਜਿਵੇਂ ਤੁਹਾਡੇ ਰੋਹਤਕ ਵਾਲੇ ਆਏ ਤੁਸੀਂ ਉਹਨਾਂ ਨੂੰ ਵਾਪਸ ਮੋੜ ਦਿੱਤਾ। ਇਹ ਤਾਂ ਕਲਾਕਾਰ ਹੈ। ਜੀ ਜੀ ਜੀ, ਮੈਂ ਕਲਾਕਾਰ ਦੀ ਗੱਲ ਕਰਦਾ। ਸਮਾਜ ਬੜਾ ਇਕੱਠਾ ਹੋਇਆ ਬਾਹਰ ਦਾ। ਅੱਜ 2021 ਦਾ ਦੌਰ ਹੈ, ਪਿਛਲਾ ਸਾਲ ਆਪਾਂ ਕੋਵਿਡ ਵਿੱਚ ਗੁਜ਼ਾਰਾ ਹੈ ਜੀ, ਤੇ ਅੱਜ ਦੀ ਦੌਰ ਵਿੱਚ ਸਾਡੇ ਰਾਮਲੀਲਾ ਦਾ ਕਿਤਨਾ ਉਹ ਵਾਲਾ ਲੈਵਲ ਹੈ ਜਿਹੜਾ ਆਪਾਂ 50 ਜਾਂ 60 ਦੇ ਦੌਰ ਵਿੱਚ ਵੇਖਦੇ ਆਸੇ। ਉਸ ਦੇ ਨਾਲ ਮੇਰਾ ਸਿਰਫ ਇਤਨਾ ਜੋੜਨਾ ਹੈ ਕਿ ਬਾਕੀ ਸ਼ਹਿਰਾਂ ਵਿੱਚ ਰਾਮਲੀਲਾ ਦੀ ਪਰੰਪਰਾ, ਰਾਮਲੀਲਾ ਦਾ ਤਿਉਹਾਰ ਧੀਰੇ ਧੀਰੇ ਲੁਪਤ ਹੁੰਦਾ ਪਿਆ ਤੇ ਆਪਣੇ ਗਵਾਲੀਅਰ ਵਿੱਚ ਕੀ ਸਥਿਤੀ ਹੈ? ग्वालियर जी बड़ी अच्छी स्थिति है, इतनी अच्छी स्थिति है। एक तो सब तो बड़ी आस्था वधी है जी, घटी नहीं। ठीक है। जिसले असी रामलीला ਦੇ ₹1 ਕਿਸੇ ਨੇ ਦੇਣਾ ਹੈ ਦਾਨ ਦਾ ਤੇ 5 ਪੀੜੀ ਦਾ ਨਾਂ ਲੈਣਾ। ਕੀ ਬਾਤ ਹੈ। ₹1 ਦਿੱਤਾ ਤੇ ਕਸ਼ਮੀਰੀ ਲਾਲ ਪੁੱਤਰ ਰਾਮਸਨ ਦਾਸ ਪੁੱਤਰ ਨੋਤਾ ਰਾਮ ਜੀ ਪਰ ਪੋਤਰਾ ਫਲਾਣਾ ਰਾਮ ਜੀ ₹1 ਭਗਵਾਨ ਦੇ ਚਰਣੇ ਦਾਨ ਦੇ ਰਹੇ ਨੇ। ਇਹ ਉਹਨਾਂ ਦੇ ਸ਼ਬਦ ਸੀ। ਜੀ ਮੈਂ ਸਮਝ ਗਿਆ ਤੁਹਾਡੀ ਗੱਲ। ਔਰ ਇਹ ₹1 ਦੀ ਉਹ ਭਗਵਾਨ ਦੇ ਚਰਣੇ ਜੇ ਭੇਟ ਜਾਂਦੀ ਸੀ ਨਾ, ਉਹ ਬਹੁਤ ਥੋੜੀ ਹੁੰਦੀ ਸੀ। ਲੇਕਿਨ ਅਸੀਂ ਲੋਕ ਪੈਸੇ ਨਾਲ ਮੋਹ ਨਹੀਂ ਰੱਖਿਆ ਸ਼ੁਰੂ ਤੋਂ ਹੀ। ਧੀਰੇ ਧੀਰੇ ਪਰਮਾਤਮਾ ਨੇ ਲੋਕਾਂ ਦਾ ਪੈਸਾ ਵੀ ਵਧਾਇਆ, ਆਸਥਾ ਵੀ ਵਧਾਈ, ਔਰ ਆਸਥਾ ਨਾਲ ਜੁੜੇ ਹੋਏ ਬੰਦਿਆਂ ਨੇ ਸਹਿਯੋਗ ਵੀ ਬੜਾ ਕੀਤਾ। ਦਾਨ ਹੁਣ ਬਹੁਤ ਦਿਨ ਬੜਾ ਦਾਨ। ਅਗਰ ਗੱਲ ਕਰੀਏ ਆਪਣੀ ਗਵਾਲੀਅਰ ਦੀ ਰਾਮਲੀਲਾ ਦੀ, ਕਿਆ ਗਵਾਲੀਅਰ ਦੀ ਰਾਮਲੀਲਾ ਕੋਲ ਆਪਣੀ ਜ਼ਮੀਨ ਦੀ ਸਟੇਜ ਹੈ ਆਪਣੀ? ਜੀ ਹਾਂ, ਆਪਣੀ ਟਰਸਟ ਦੀ ਜੀ ਹਾਂ, ਸਟੇਜ ਆਪਣੀ। ਬਿਲਕੁਲ ਸਹੀ। ਇਹ ਬੜੀ ਅੱਛੀ ਚੀਜ਼ ਹੈ, ਇਹ ਬੜੀ ਹੀ ਅੱਛੀ ਚੀਜ਼ ਹੈ। ਬੜੇ ਸਾਰੇ ਸ਼ਹਿਰਾਂ ਵਿੱਚ ਬਾਬੂ ਜੀ ਅੱਜ ਰਾਮਲੀਲਾ ਇਸ ਵਕਤ ਕਰਕੇ ਵੀ ਖਤਮ ਹੋ ਗਈ ਕਿ ਉਹਨਾਂ ਨੇ ਪਹਿਲੇ ਪੰਚਾਇਤੀ ਜ਼ਮੀਨਾਂ ਤੇ ਕੰਮ ਕੀਤਾ ਹੈ, ਫਿਰ ਉਹ ਪੰਚਾਇਤੀ ਜ਼ਮੀਨਾਂ ਧੀਰੇ ਧੀਰੇ ਖਤਮ ਹੋ ਗਈਆਂ। ਅੱਜ ਉਹਨਾਂ ਦੇ ਕੋਲ ਉਹ ਜ਼ਮੀਨਾਂ ਨਹੀਂ ਹੈ ਰਾਮਲੀਲਾ ਕਰਨ ਵਾਸਤੇ। ਸਾਡੇ ਕੋਲ ਕੈਸ਼ ਵੀ ਹੈ, मैं समझ रहा अपने को एक बैंक अच्छा खासा है, बिल्कुल अच्छा खासा पैसा भी है। परमात्मा आया हाँ जी, दान भी कर रहे हो, ਉਥੋਂ ਖੂਬ ਦਾਨ ਹੋਇਆ। ਵਾਹ। ਉਹ ਜਿਹੜੀ ਖਾਸ ਗੱਲ ਆਈ ਉਹ ਇਹ ਹੈ ਕਿ ਬਾਬੂ ਜੀ ਨੇ ਉਹਨੇ ਜ਼ਿਕਰ ਕੀਤਾ ਹੈ ਕਿ ਇੱਥੇ ਜੀ ਜੰਗ ਦੇ ਬਨੂਵਾਲਾ ਵਾਲੇ ਜਾਂ ਮੁਲਤਾਨ ਦੇ ਜਿਹੜੇ ਹਨ ਉਹ ਸਾਰੇ ਦੇ ਸਾਰੇ ਪੰਜਾਬੀ ਸਮਿਤੀ ਵਿੱਚ ਇਕੱਠੇ ਹਨ। ਇਹ ਚੀਜ਼ ਜੁੜੇਂਦੀ ਹੈ, ਨਹੀਂ ਤਾਂ ਬੜੇ ਸਾਰੇ ਸ਼ਹਿਰਾਂ ਵਿੱਚ ਮੁਲਤਾਨੀ ਅਲੱਗ, ਮੀਆਂ ਵਾਲੀ ਅਲੱਗ, ਬਾਬਲਪੁਰ ਅਲੱਗ। ਇਹ ਚੀਜ਼ ਥੋੜਾ ਜਿਹਾ ਫਿਰ ਇੱਕ ਅਲੱਗ ਕਰਦੀ ਹੈ ਕਿ ਨਹੀਂ ਜੀ ਤੁਸੀਂ ਸਾਡੇ 'ਚ ਨਹੀਂ, ਅਸਾਂ ਤੁਹਾਡੇ 'ਚ ਨਹੀਂ। ਲੇਕਿਨ ਇੱਥੇ ਇਹਨਾਂ ਨੇ ਇੱਕ ਜਿਹੜੀ ਚੀਜ਼ ਕੀਤੀ ਹੈ ਕਿ ਨਹੀਂ ਜੀ ਅਸਾਂ ਸਾਰੇ ਵਿਸਥਾਪਿਤ, ਅਸਾਂ ਸਾਰੇ ਪੰਜਾਬੀ, ਲੇਕਿਨ ਆਪਾਂ ਇੱਕ ਕਮੇਟੀ ਦੇ ਵਿੱਚ ਇੱਕ ਗਠਨ ਕੀਤਾ ਹੋਇਆ, ਇੱਕ ਮੁੱਠੀ ਬਣ ਗਏ। ਇਹ ਇੱਕ ਅੱਛੀ ਚੀਜ਼ ਹੈ ਜਿਹੜੀ ਮੈਨੂੰ ਪਰਸਨਲੀ ਵੀ ਤੇ ਸ਼ਾਇਦ ਮੇਰੇ ਵਰਗੀ ਸੋਚ ਰੱਖਣ ਵਾਲੇ ਬੰਦਿਆਂ ਨੂੰ ਜ਼ਰੂਰ ਉਹ ਅੱਛੀ ਲੱਗਦੀ ਕਿ ਵਾਕਈ ਇਹ ਚੀਜ਼ ਅੱਛੀ ਹੈ ਤੇ ਹਰ ਕਮਿਊਨਿਟੀ ਵਿੱਚ ਚੀਜ਼ ਹੋਣੀ ਚਾਹੀਦੀ ਹੈ ਕਿ ਕੁਛ ਨਹੀਂ ਰੱਖਾ ਇਹਨਾਂ ਜਾਤ ਬਿਰਾਦਰੀਆਂ ਵਿੱਚ। ਆਪਾਂ ਅਗਰ ਇੱਕ ਇਲਾਕੇ ਗਏ ਨਾ ਸਾਰੇ ਹੀ ਆਪਾਂ ਇੱਕ ਇਲਾਕੇ ਦੇ ਤੇ ਬਾਕੀ ਮੇਰੇ ਮੈਂ ਬੜਾ ਐਕਸਾਈਟਿਡ ਹਾਂ ਭਾਈ ਗਵਾਲੀਅਰ ਮੈਂ ਵੇਖਦਾ ਤਾਂ ਮੈਂ ਇਹ ਸਵਾਲ ਜ਼ਰੂਰ ਪੁੱਛਾਂ, ਉਸ ਦਾ ਜਵਾਬ ਤੁਸੀਂ ਮੈਨੂੰ ਦੇ ਦਿੱਤਾ ਹੈ, ਬੜੀ ਖੁਸ਼ੀ ਹੋਈ ਹੈ। ਤੇ ਆਉਣ ਵਾਲੇ ਵਕਤ ਵਿੱਚ ਰਾਮਲੀਲਾ ਨੂੰ ਲੈ ਕੇ ਕਿਆ ਸੰਭਾਵਨਾਵਾਂ ਹਨ
ਤੇ ਕਿਸ ਤਰ੍ਹਾਂ ਦਾ ਹੁੰਦਾ ਹੈ? ਮੈਂ ਜ਼ਰਾ ਹੁਣ ਉਸ ਮੰਜ਼ਰ ਤੇ ਆਣਾ, ਕਿਤਨੇ ਇੰਸਟਰੂਮੈਂਟ ਹੁੰਦੇ ਨੇ ਜਿਹੜੇ ਤੁਸੀਂ ਯੂਜ਼ ਕਰਦੇ ਹੋ, ਮਿਊਜ਼ੀਕਲ ਇੰਸਟਰੂਮੈਂਟਸ ਕਿਹੜੇ ਕਿਹੜੇ ਹੁੰਦੇ ਨੇ? ਆਰਗਨ ਹੁੰਦਾ ਹੈ, ਗੁੱਡ, ਤਬਲਾ ਹੁੰਦਾ ਹੈ, ਠੀਕ ਹੈ, ਢੋਲਕ ਹੁੰਦੀ ਹੈ, ਠੀਕ ਹੈ, ਉਹ ਨਾ ਕੀ ਕਹਿੰਦੇ ਉਹ ਠੀਕ ਹੈ। ਸਾਰੰਗੀ, ਅੱਛਾ, ਸਾਰੰਗੀ ਵੀ ਹੋ ਗਈ, ਸਾਰੰਗੀ ਹੋ ਗਈ। ਲੇਕਿਨ ਤੁਸੀਂ ਹਾਰਮੋਨੀਅਮ ਦਾ ਨਾਮ ਨਹੀਂ ਲਿਆ। हारमोनियम का है, ਹਾਰਮੋਨੀਅਮ ਤੁਸੀਂ ਤਾਂ ਆਖਿਆ ਮੈਂ organ ਆਖਿਆ। ਆਰਗਨ ऑर्गन है। ਅੱਛਾ, ਉਹ ਅੱਜ ਜੋ ਕੱਲ ਕਿ ਅੱਜ ਕੱਲ ਦੇ ਦੌਰ ਦੇ ਆਰਗਨ ਚੱਲ ਗਿਆ। ਓਕੇ, ਚਲੋ, ਹਾਰਮੋਨੀਅਮ ਪਹਿਲੇ ਸੀ, ਹਾਂ, ਢੋਲਕ ਸੀ, ਹੂੰ, ਫਿਰ ਧੀਰੇ ਧੀਰੇ ਬੱਚਿਆਂ ਨੇ ਤਰੱਕੀ ਕੀਤੀ ਤਾਂ ठीक, ਆਰਗਨ ठीक, ਆ ਗਿਆ, ਤਬਲਾ ਆ ਗਿਆ, और ठीक है, मैं समझ गया। नगाड़ा नहीं माइक- इस्तेमाल करते, नगाड़ा नहीं ਵਿੱਚ इस्तेमाल। ਇਸਤੇਮਾਲ ਹੋਇਆ ਤੇ ਫਿਰ ਹਟਾ ਦਿੱਤਾ। ऑर्गन तो सारे इंस्ट्रूमेंट लेकर आंदे ना, ਜਿਹੜਾ ਵਜਾਣ ਵਾਲਾ चलो, हमारा ऐसा expert डिजिटल ਹੁੰਦਾ। दौर है, जी लेकिन ਅੱਜ ਵੀ ਕਿਉਂਕਿ ਅਸਾਂ ਰਾਮਲੀਲਾ ਕਰਾਂਦੇ ਪਏ ਹਾਂ ਤੇ ਆਪਾਂ ਟ੍ਰੈਡੀਸ਼ਨਲ ਚੀਜ਼ਾਂ ਨੂੰ ਕਰਾਂਦੇ ਪਏ ਹਾਂ, ਜੀ ਤਾਂ ਇਸ ਕਰਕੇ ਸ਼ਾਇਦ ਅੱਜ ਵੀ ਬੜੇ ਸਾਰੇ ਇਲਾਕੇ ਉਹ ਜ਼ਿੰਦਾ ਹਨ ਜਿਹੜੇ ਅੱਜ ਵੀ ਕਨਾਰਲੈਟ, ਜੀ ਹਾਰਮੋਨੀਅਮ ਤੇ ਉਹ ਵੀ ਪੈਰਿਸ ਪੇਟੀ, ਹਾਂ, ਪੈਰਾਂ ਵਾਲੀ, ਜੀ ਤੇ ਤਬਲਾ ਨਹੀਂ, ਨਗਾੜਾ ਤੇ ਢੋਲਕ, ਜੀ ਠੀਕ ਹੈ। ਤੇ ਇਹ ਵਾਲੀ ਚੀਜ਼ਾਂ ਦੇ ਨਾਲ ਉਹਨਾਂ ਆਪਣੇ ਛੋਟੇ ਛੋਟੇ ਰਾਮਲੀਲਾ ਮੰਚ ਚਲਾਉਂਦੇ ਪੈਣ ਜਿਨ੍ਹਾਂ ਦੇ ਜਿਤਨੀ ਹੈ। ਬਾਕੀ ਜਿਹੜੇ ਲੋਕ ਸੰਪੰਨ ਹੋ ਚੁੱਕੇ ਹਨ ਧਨ ਦੇ ਨਾਲ, ਤੇ ਆ ਜਿਹੜੇ ਥੋੜੇ ਐਡਵਾਂਸ ਹੋ ਜਾਂਦੇ ਹਨ ਜਿਨ੍ਹਾਂ ਦੇ ਨਾਲ ਯੂਥ ਜੁੜ ਚੁੱਕਾ ਹੈ, ਉਹ ਵੈਲ ਵੈਸਟਰਨ ਇੰਸਟਰੂਮੈਂਟਸ ਵੀ ਯੂਜ਼ ਕਰਦੇ ਪੈਣ ਜਿਵੇਂ ਕਿ ਇੱਥੇ ਹੁੰਦਾ ਪਿਆ। ਇਹ ਬੜੀ ਅੱਛੀ ਚੀਜ਼ ਹੈ ਕਿ ਸਭ समय के साथ आगे बढ़ो, ਇਹ ਵਾਲਾ ਇੱਕ ਨਾਰਾ ਹੈ। ਤੇ ਕਿਤਨਾ ਇੱਕ ਏਰੀਆ ਹੈ ਜਿਹੜਾ ਤੁਸੀਂ ਆਪਣਾ ਕੀਤਾ ਹੋਇਆ? ਕਿਉਂਕਿ ਮੈਂ ਇਸ ਟਾਈਮ ਬੈਠਾ ਤਾਂ ਮੈਂ ਸਿਰਫ ਤੁਹਾਨੂੰ ਪੁੱਛ ਸਕਦਾ, ਵੇਖ ਨਹੀਂ ਸਕਦਾ। ਜੀ ਸਾਡੇ ਕਿਤਨੇ ਕੁਰਸੀਆਂ ਲੱਗ ਪੈਂਦੀਆਂ ਤੁਹਾਡੀਆਂ? 1000? 1000 ਤੋਂ ਉੱਪਰ ਕੀ ਬਾਤ ਹੈ। ਕੁਰਸੀਆਂ ਲੱਗ ਜਾਂਦੀਆਂ ਨੇ, ਬੈਠਕ ਅਲੱਗ ਹੋ ਜਾਂਦੀ ਹੈ। ਬੈਠਕ ਵਾਲੇ ਥੱਲੇ ਬੈਠ ਜਾਂਦੇ ਨੇ, ਜਿਹੜੇ ਲੋਕ ਉੱਪਰ ਨਹੀਂ ਬੈਠ ਸਕਦੇ ਉਹ ਥੱਲੇ ਵੀ ਬੈਠ ਜਾਂਦੇ ਨੇ। ਜੀ ਜੀ। ਤੇ ਈਸ਼ਵਰ ਦੀ ਕਿਰਪਾ ਨਾਲ ਜਗ੍ਹਾ ਕਾਫੀ ਹੈ। ਕਵਰਡ ਹੈ, ਰਿਹਰਸਲ ਏਰੀਆ ਆਪਣਾ ਅਲੱਗ ਬਣਾ ਹੋਇਆ ਹੈ। ਹਾਂ, ਉੱਪਰ ਕਮਰਾ ਬਣਿਆ ਹੋਇਆ ਹੈ, ਉੱਥੇ ਰਿਹਰਸਲ ਹੁੰਦੀ ਹੈ, ਮੇਕਅਪ ਮੈਨ ਤਿਆਰ ਕਰਦਾ ਹੈ, ਹਾਂ, ਫਿਰ ਡਰੈਸ ਪਾ ਕੇ ਥੱਲੇ ਆਉਂਦੇ, ਫਿਰ ਪਾਤਰ ਕਰਦਾ ਹੈ। ਠੀਕ ਹੈ। ਇਹ ਤਾਂ ਈਸ਼ਵਰ ਦੀ ਕਿਰਪਾ ਹੋਈ। ਨਹੀਂ, ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਪੈਸੇ ਦੀ ਵੀ ਕਮੀ ਕਦੇ ਨਹੀਂ ਆਈ ਤੇ ਨਾ ਆਏਗੀ। ਅੱਜ ਵੀ ਨਹੀਂ ਆਈ ਤੇ ਅੱਗੇ ਵੀ ਨਹੀਂ ਆਏਗੀ। ਜਿਸ ਲਈ 1 ਰੁਪਇਆ ਆਉਂਦਾ ਸੀ ਤਾਂ ਵੀ ਕਮੀ ਨਹੀਂ ਸੀ, ਅੱਜ ਲੱਖੋਂ ਆਉਂਦਾ ਹੈ। ਇੱਕ ਸਾਲ ਦੇ ਅੰਦਰ 8 ਲੱਖ, ਮੇਰੇ ਖਿਆਲ ਪਿਛਲੀ ਵਾਰੀ ਕੋਵਿਡ ਸੀ, 8 ਲੱਖ 7 ਲੱਖ ਸੀ, 7 ਲੱਖ ਕਰੀਬ ਜੋ ਵੀ ਹੈ ਜੀ। ਪੈਸਾ ਹੋ ਜਾਂਦਾ ਉਹਦੇ ਕੋਈ ਕਮੀ ਔਰ ਈਸ਼ਵਰ ਦੀ ਕਿਰਪਾ ਨਾਲ ਪਾਤਰ ਜਿਹੜੇ ਲੋਕਲ ਨੇ, ਮੇਨ ਗੱਲ ਜਿਹੜੇ ਲੋਕਲ ਪਾਤਰ ਨੇ ਨਾ, ਮੈਂ ਇੱਕ ਵਾਰੀ ਉਸ ਮਾलिक को डर के बोलना कि जैसे हरिश्चंद्र नाटक किया था, 35 कलाकार लोकल कढ़े, ठीक है, और 35 कलाकार ने लोकल ही पात्र निभाए। मैं बाहर ਦੇ ਬੰਦਿਆਂ ਨੂੰ ਰਿਕੁਐਸਟ ਕੀਤੀ, ਸ਼ਾਇਦ ਉਹ ਮੇਰੀ ਗੱਲ ਨੂੰ ਸੁਣ ਰਹੇ ਹੋਣਗੇ ਅੱਜ, ਕਿ ਉਹਨਾਂ ਨੇ ਮੈਂ ਕਿਹਾ ਸਿਰਫ ਤੁਸੀਂ ਇੰਸਟਰੂਮੈਂਟ ਗੀਤ ਦੇਣਾ, ਸਿਰਫ ਗੀਤ ਦੇਣਾ। ਉਹਨਾਂ ਨੇ ਕਿਹਾ ਠੀਕ ਹੈ। ਹੁਣ ਨਾਟਕ ਜਿਸ ਵੇਲੇ ਚੱਲ ਰਿਹਾ ਸੀ ਤੇ ਈਸ਼ਵਰ ਦੀ ਕਿਰਪਾ ਨਾਲ ਸਕਸੈਸ ਵੀ ਹੋ ਰਿਹਾ ਸੀ, ਤੇ ਉਸ ਵਕਤ ਉਹਨਾਂ ਨੇ ਬਾਹਰ ਜਾ ਕੇ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਕਿ ਪਰਦੇ ਤੋਂ ਸਾਹਮਣੇ ਵਾਲੇ ਪਾਸੇ ਦੇਖੀਏ ਕਿ ਬੱਚੇ ਕਿੰਨੇ ਅੱਛੇ ਲੱਗ ਰਹੇ ਹਨ। ਉਹ ਸਾਰੇ ਪਾਤਰ ਉਧਰ ਚਲੇ ਗਏ ਔਰ ਗੀਤ ਦਾ ਨੰਬਰ ਆ ਗਿਆ, ਗੀਤ ਦਾ ਟਾਈਮ ਆ ਗਿਆ, ਤੇ ਮੈਂ ਅਨਾਉਂਸ ਕੀਤਾ, ਮੈਂ ਕਿਹਾ ਜੀ ਮੇਰੀ ਆਵਾਜ਼ ਸੁਣਨੇ ਹੁਣ ਛਪਰਾ ਜੀ ਫਲਾਣੇ ਸਾਹਿਬ, ਉਹ ਪਲੀਜ਼ ਸਟੇਜ ਤੇ ਆ ਜਾਣ। ਤੇ ਆਉਣ ਨੂੰ ਟਾਈਮ ਲੱਗਿਆ, ਇੰਨੀ ਦੇਰ ਚ पात्र तो बनया जी 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 जी। मैंने अपने बेटे ने आवाज दी, मैं कहा जितेंद्र जी आप गीत बोलो, शुरू कर दो बैक स्टेज। हाँ बिल्कुल, गीत ਉਹਨੇ ਸ਼ੁਰੂ ਕਰਤਾ ਜੀ। ਔਰ ਤੁਹਾਡੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ ਆਵਾਜ਼ ਉਹਦੀ ਮੇਰੇ ਤੋਂ ਹੀ ਅੱਛੀ ਹੈ। ਗੀਤ ਇੱਕ ਬੋਲਿਆ, ਦੂਜਾ ਬੋਲਿਆ, ਮੈਂ ਕਿਹਾ ਹੁਣ ਗੀਤ ਦੀ ਲੋੜ ਨਹੀਂ, ਸਾਰੇ टाइम ਗੀਤ हो ਤੂੰ- गया क्योंकि ਸਾਰੇ ਗੀਤ ਤੂੰ ਬੋਲੇਗਾ। ਫੁੱਲ ਈਸ਼ਵਰ ਦੀ ਕਿਰਪਾ ਨਾਲ ਔਰ ਨਾਟਕ ਬੜਾ ਸਕਸੈਸ ਹੋਇਆ। ਤੇ ਅੱਛੀ ਚੀਜ਼ ਇਹ ਵੀ ਤਾਂ ਇਹ ਤੁਸੀਂ ਦੱਸਦੇ ਪਏ ਹੋ ਕਿ ਇੱਥੇ ਕੋਈ ਪੈਸੇ ਨਹੀਂ ਲੈਂਦਾ। ਉਹ ਦੱਸ ਰਿਹਾ ਕਿ ਉਹਨਾਂ ਨਾਲ ਪ੍ਰੇਰਣਾ ਮਿਲੀ ਹੋਰ ਲੋਕਾਂ ਨੂੰ ਕਿ ਮੈਂ ਵੀ ਪਾਤਰ ਬਣਾਂਗਾ, ਹਾਂ, ਮੈਂ ਵੀ ਪਾਤਰ ਬਣਾਂਗਾ। ਉਹ ਧੀਰੇ 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 ਬੱਚੇ ਇੰਨੇ ਟ੍ਰੇਨਡ ਹੋ ਗਏ ਕਿ ਅੱਜ 35-40 ਬੱਚੇ ਪਾਤਰ ਕਰਦੇ ਨੇ। ਕੋਈ ਪੈਸਾ ਨਹੀਂ ਲੈਂਦਾ, ਕੋਈ ਕਿਸੇ ਗੱਲ ਦੀ ਕੋਈ ਹਾਂ, ਰਾਮਲੀਲਾ ਦਾ ਖਰਚਾ ਹੈ, ਉਹ ਤਾਂ ਜ਼ਰੂਰੀ ਹੈ ਬਾਬੂ ਜੀ। ਉਹ ਤਾਂ ਹੁਣ ਸ਼ਾਦੀ ਹੁੰਦੀ ਪਈ ਹੈ ਤੇ ਬਾਕੀ ਜਿਹੜੀਆਂ ਚੀਜ਼ਾਂ ਹਨ ਉਹ ਤਾਂ ਲਗਸਨ ਨਾ। ਉਹ ਹੋਰ ਗੱਲ ਹੈ ਕਿ ਦਹੇਜ ਨਹੀਂ ਦੇਵਣਾ, ਇੰਜ ਹੀ ਹੋਇਆ ਨਾ। ਹਰ ਸਾਲ 50,000 60,000 ਦਾ ਅਸੀਂ ਰਾਮਲੀਲਾ ਸਮਾਨ ਲੈਂਦੇ ਹਾਂ। ਹਾਂ,
ਕੋਈ ਪੁਰਾਣਾ ਹੋ ਜਾਂਦਾ ਹਟਾ ਦਿੰਦੇ ਆ, हाँ ठीक है। ਬਦਲ ਦਿੰਦੇ ਆ, ਕੋਈ ਨਵਾਂ ਐਡੀਸ਼ਨ ਆਉਂਦਾ ਉਹਨੂੰ ਜੋੜ ਲੈਂਦੇ ਆ, ਬਾਕੀ ਪੈਸਾ ਕੋਈ ਨਹੀਂ ਮਿਲੇ। ਬਹੁਤ ਅੱਛੀ ਗੱਲ ਹੈ ਕਿਉਂਕਿ ਮੈਂ ਜਿਹੜੇ ਏਰੀਆ ਨਾਲ ਜੁੜਾ ਹੋਇਆ ਉੱਥੇ ਇਹ ਚੀਜ਼ ਪਹਿਲੇ ਹੈ, ਲੇਕਿਨ ਮੈਨੂੰ ਵੀ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਝੋਲੀਆਂ ਦੇ ਵਿੱਚ ਵੀ ਪੈਸੇ ਪਾਏ ਗਏ ਹਨ ਤੇ ਅਸਾਂ ਉਹ ਲਏ ਹਨ। ਤੇ ਮੇਰੇ ਏਰੀਆ ਦੇ ਵਿੱਚ ਇਹ ਲਾ ਲਓ ਕਿ ਉਹ ਸਿਰਫ ਹਰਿਆਣਾ ਦਾ ਏਰੀਆ ਨਹੀਂ, ਦਿੱਲੀ ਤੱਕ ਦੇ ਏਰੀਆ ਵਿੱਚ ਵੀ ਅੱਜ ਵੀ ਲੱਖਾਂ ਰੁਪਏ ਦੇ ਵਿੱਚ ਡਾਇਰੈਕਸ਼ਨ ਡਿਪਾਰਟਮੈਂਟ ਦਾ ਕੰਟਰੈਕਟ ਪੈਂਦਾ ਜੀ ਕਿ ਜੇ ਬੰਦਾ ਇਤਨੇ ਦਿਨ ਰਿਹਰਸਲ ਕਰਵੇ ਸੀ ਜਾਂ ਟੀਮ ਤਿਆਰ ਕਰੇ ਸੀ ਜੀ, ਇਹਨੇ 1.5 ਲੱਖ 2 ਲੱਖ ਜੋ ਵੀ ਲਵਣਾ ਹੈ ਉਹ ਲਵਣਾ ਹੀ ਲਵਣਾ ਹੈ ਜੀ। ਠੀਕ ਹੈ। ਜੰਗ ਵਾਲੇ ਲੋਕ ਜਿੱਥੇ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਫਖਰ ਹੋਣਾ ਚਾਹੀਦਾ ਕਿ ਗਵਾਲੀਅਰ ਦੇ ਵਿੱਚ ਇਸ ਟਾਈਮ ਜੋ ਵੀ ਚਰਚਾ ਹੋਈ ਹੈ ਇਹ ਗਵਾਲੀਅਰ ਦੇ ਲੋਕਾਂ ਨੇ ਆਪਣੀ ਜੇਬ, ਮਤਲਬ ਮੈਨੂੰ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੀਦਾ, ਇਹ ਗਵਾਲੀਅਰ ਦੇ ਲੋਕ ਜਿਹੜੇ ਬੈਠੇ ਨੇ ਵਾਕਈ ਕਮਾਲ ਦੇ ਲੋਕ ਹਨ। ਆਸਥਾ ਨੂੰ ਲੈ ਕੇ, ਧਰਮ ਆਪਣੇ ਨੂੰ ਲੈ ਕੇ, ਰਾਮਲੀਲਾ ਨੂੰ ਲੈ ਕੇ, ਤੇ ਰਾਮਲੀਲਾ ਦੇ ਦੀਵਾਨੇ ਜਿਤਨੇ ਵੀ ਹਿੰਦੁਸਤਾਨ ਵਿੱਚ ਬੈਠੇ ਨੇ ਜਾਂ ਹਿੰਦੁਸਤਾਨ ਤੋਂ ਬਾਹਰ ਬੈਠੇ ਨੇ, ਜਿਹੜੇ ਮੇਰੇ ਨਾਲ ਅਕਸਰ ਗੱਲ ਕਰਦੇ ਨੇ, ਜਿਹੜੇ ਮੇਰੇ ਹਾਂਸੂ ਦੇ ਬੈਠੇ ਨੇ ਜਾਂ ਜਿਨ੍ਹਾਂ ਨੇ ਮੇਰੇ ਨਾਲ ਰਾਮਲੀਲਾ ਵਿੱਚ ਜਾਂ ਜਿਨ੍ਹਾਂ ਨੇ ਰਾਮਲੀਲਾ ਦਾ ਜ਼ਿਕਰ ਕੀਤਾ ਪਿਛਲੇ ਮੇਰੇ ਕਈ ਵੀਡੀਓਜ਼ ਵਿੱਚ, ਉਹਨਾਂ ਸਾਰਿਆਂ ਨੂੰ ਇਹ ਸਾਡਾ ਰਾਮਲੀਲਾ ਦੇ ਉੱਤੇ ਸ਼ਾਇਦ ਤੀਜਾ ਚੌਥਾ ਵੀਡੀਓ ਹੈ ਤੇ ਇਸ ਕਰਕੇ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਜਿਹੜੇ ਪਤਾ ਲੱਗ ਸੀ ਕਿ ਝੰਗ ਦੇ ਲੋਕ ਗਵਾਲੀਅਰ ਦੇ ਵਿੱਚ ਵੀ ਰਾਮਲੀਲਾ ਕਰਦੇ ਨੇ ਤੇ ਇਸ ਤਰ੍ਹਾਂ ਦੀ ਕਰਦੇ ਨੇ, ਤੇ ਇਹ ਵੀਡੀਓ ਵੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੋ ਸੀ। ਤੇ ਝੰਗ ਵਾਲੇ ਲੋਕਾਂ ਨੂੰ ਮੇਰਾ ਸਲਾਮ। ਇਸ ਵੀਡੀਓ ਤੋਂ ਬਾਅਦ ਸ਼ਾਇਦ ਮੈਂ ਗਵਾਲੀਅਰ ਅਗਲੇ ਮਹੀਨੇ ਆਸਾਂ ਤੇ ਜਿਹੜੇ ਲੋਕ ਇਸ ਵੀਡੀਓ ਨੂੰ ਦੁਬਾਰਾ ਵੇਖਦੇ ਪੈਣ ਸ਼ਿਵਲਾਲ ਗਾਂਧੀ ਜੀ ਤੋਂ ਬਾਅਦ, ਉਹ ਲੋਕ ਆਪਣੀ ਲਿਸਟ ਬਣਾ ਲਵਣ ਕਿ ਹੁਣ ਕੌਣ ਮੇਰੇ ਨਾਲ ਬਾਉਣਾ ਚਾਹਸੀ। ਸ਼ੁਕਰੀਆ।